ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਸਾਧੂ ਦਇਆਨੰਦ ਤੇ ਮੇਰਾ ਸੰਵਾਦ ਭਾਗ ਪਹਿਲਾ। ਭਾਈ ਦਿੱਤ ਸਿੰਘ ਜੀ ਨੇ ਆਪਣੀ ਇਸੀ ਪੁਸਤਕ ਸਾਧੂ ਦਇਆਨੰਦ ਨਾਲ ਮੇਰਾ ਸੰਵਾਦ ਵਿੱਚ ਲਿਖਿਆ ਹੈ, ਜਦੋਂ ਉਹਨਾਂ ਦਾ ਸਵਾਮੀ ਜੀ ਨਾਲ ਤੀਜਾ ਸੰਵਾਦ ਵੇਦ ਈਸ਼ਵਰ ਕ੍ਰਿਤ ਨਹੀਂ ਇਸ ਵਿਸ਼ੇ ਤੇ ਹੋਇਆ ਸੀ, ਤਾਂ ਗਿਆਨੀ ਜੀ ਨੇ ਸਾਧੂ ਨੂੰ ਜਦੋਂ ਨਿਰੁੱਤਰ ਕਰ ਦਿੱਤਾ ਤਾਂ ਇਸ ਦਸ਼ਾ ਨੂੰ ਦੇਖ ਕੇ ਪੰਡਿਤ ਅਗਨੀਹੋਤਰੀ ਸ਼ਿਵ ਨਾਰਾਇਣ ਜੀ ਨੇ, ਜੋ ਪਿੱਛੋਂ ਸ਼ਾਇਦ ਬ੍ਰਹਮੂ ਸਮਾਜੀਆਂ ਦੇ ਮੁਖੀ ਬਣੇ, ਕਿਹਾ ਕਿ ਸਵਾਮੀ ਜੀ ਆਪ ਨੂੰ ਉੱਤਰ ਤਾਂ ਕੁਝ ਸੁੱਝ ਨਹੀਂ ਰਿਹਾ, ਐਵੇਂ ਟਾਲਾ ਵਾਲਾ ਕਰ ਰਹੇ ਹੋ ਅਤੇ ਕੁਝ ਆਪਣੇ ਮੂੰਹੋਂ ਵਾਕ ਕਹੇ। ਇਸ ਤੇ ਸਵਾਮੀ ਜੀ ਨੇ ਗਿਆਨੀ ਜੀ ਵੱਲੋਂ ਹਟ ਕੇ ਅਗਨੀਹੋਤਰੀ ਜੀ ਦੇ ਕਥਨ ਨੂੰ ਵਿੱਚ ਲਿਆ ਕੇ ਗੱਲ ਟਾਲਣੀ ਚਾਹੀ, ਤਾਂ ਗਿਆਨੀ ਦਿੱਤ ਸਿੰਘ ਜੀ ਨੇ, ਜੋ ਸਵਾਮੀ ਜੀ ਦੀ ਅਜਿਹੀ ਪਲੱਥੇਬਾਜ਼ੀ ਤੋਂ ਜਾਣੂ ਸਨ, ਗੱਲ ਤਾੜ ਲਈ ਕਿ ਸਾਧੂ ਜੀ ਇਸ ਬਹਾਨੇ ਅਸਲ ਗੱਲ ਤੋਂ ਲਾਂਭੇ ਜਾਣ ਲਈ ਪੈਂਤੜਾ ਬਣਾ ਰਹੇ ਹਨ। ਗਿਆਨੀ ਜੀ ਨੇ ਕਿਹਾ, ਸਾਧੂ ਜੀ ਮਹਾਰਾਜ, ਇਹਨਾਂ ਨਾਲ ਫੇਰ ਗੱਲ ਕਰ ਲੈਣੀ, ਪਹਿਲਾਂ ਆਪਾਂ ਚੱਲ ਰਹੀ ਚਰਚਾ ਬਾਰੇ ਵਿਚਾਰ ਕਰ ਲਈਏ। ਗਿਆਨੀ ਜੀ ਦੀ ਲਿਖੀ ਅਸਲ ਵਾਰਤਾਲਾਪ ਇਸ ਤਰ੍ਹਾਂ ਹੈ। ਇਤਨੀ ਗੱਲ ਸੁਣ ਕੇ ਪੰਡਿਤ ਅਗਨੀਹੋਤਰੀ, ਜਿਸ ਦਾ ਨਾਮ ਉਸ ਸਮੇਂ ਸ਼ਿਵ ਨਾਰਾਇਣ ਸੀ ਔਰ ਅੱਜ ਕੱਲ ਜਿਸ ਨੂੰ ਲੋਕ ਸਤਿਆਨੰਦ ਅਗਨੀਹੋਤਰੀ ਸੱਦਦੇ ਹਨ, ਖੜੇ ਹੋ ਕੇ ਬੋਲੇ ਕਿ ਸਵਾਮੀ ਜੀ ਤੁਸੀਂ ਇਹਨਾਂ ਦੇ ਕਥਨ ਦਾ ਉੱਤਰ ਨਹੀਂ ਦਿੱਤਾ, ਕੇਵਲ ਟਾਲਾ ਵਾਲਾ ਕਰ ਰਹੇ ਹੋ, ਜਿਸ ਤੇ ਮੇਰੇ ਵੱਲੋਂ ਹਟ ਕੇ ਉਸ ਨਾਲ ਝਗੜ ਪਏ ਔਰ ਗੁੱਸੇ ਹੋ ਕੇ ਕਹਿਣ ਲੱਗੇ ਕਿ ਤੈਨੂੰ ਕਿਆ ਖਬਰ ਜੋ ਇਸਨੇ ਕਿਹਾ ਆਖਿਆ ਹੈ। ਜਿਸ ਪਰ ਉਸਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹਨਾਂ ਨੇ ਕੀ ਕਿਹਾ ਹੈ ਔਰ ਉਸ ਦਾ ਆਪ ਨੇ ਕੀ ਉੱਤਰ ਦਿੱਤਾ ਹੈ, ਕਿੰਤੂ ਆਪ ਦਾ ਉੱਤਰ ਠੀਕ ਨਹੀਂ ਹੈ। ਇਸ ਪਰ ਬਹੁਤ ਗੁੱਸੇ ਹੋ ਕੇ ਔਰ ਉਹਨਾਂ ਨੂੰ ਆਖਣ ਲੱਗੇ ਕਿ ਤੁਸੀਂ ਦੱਸੋ ਇਸਨੇ ਕਿਆ ਕਿਹਾ ਹੈ ਔਰ ਮੈਂ ਉਸ ਦਾ ਕਿਆ ਉੱਤਰ ਦਿੱਤਾ ਹੈ। ਜਦ ਇਹ ਗੱਲ ਝਗੜਾ ਹੋਰ ਵੀ ਛਿੜ ਪਿਆ, ਤਦ ਮੈਂ ਕਿਹਾ ਕਿ ਸਵਾਮੀ ਜੀ ਆਪ ਇਹਨਾਂ ਨਾਲ ਨਾ ਝਗੜੋ, ਕਿਉਂਕਿ ਉੱਤਰ ਪ੍ਰਸ਼ਨ ਦਾ ਤਾਂ ਮੇਰਾ ਔਰ ਆਪ ਦਾ ਹੈ, ਸੋ ਜੋ ਆਪ ਦਾ ਸਿਧਾਂਤ ਹੈ ਸੋ ਮੈਨੂੰ ਆਖੋ। ਜਿਸ ਪਰ ਇਹ ਬੋਲੇ ਕਿ ਅਸੀਂ ਤਾਂ ਜੋ ਆਖਣਾ ਸੀ ਸੋ ਆਖ ਦਿੱਤਾ, ਜਿਸ ਪਰ ਮੈਂ ਕਿਹਾ ਕਿ ਆਪ ਕੁਝ ਸਾਬਤ ਨਹੀਂ ਕਰ ਸਕੇ ਔਰ ਮੈਂ ਆਪ ਨੂੰ ਸਾਬਤ ਕਰਕੇ ਦਿਖਾ ਦਿੱਤਾ ਹੈ ਕਿ ਵੇਦ ਮਨੁੱਖਾਂ ਦੇ ਰਚੇ ਹੋਏ ਹਨ। ਇਤਨੇ ਝਗੜੇ ਪਰ ਚਾਰੇ ਪਾਸਿਆਂ ਤੇ ਤਾਲੀਆਂ ਵੱਜ ਪਈਆਂ ਔਰ ਸਭ ਬੋਲ ਉੱਠੇ ਕਿ ਸਾਧੂ ਨੂੰ ਉੱਤਰ ਦੇਣਾ ਨਹੀਂ ਆਇਆ, ਜਿਸ ਪਰ ਸੰਧਿਆ ਪੈ ਗਈ ਔਰ ਸਭ ਖਲਕਤ ਆਪੋ ਆਪਣੇ ਘਰਾਂ ਨੂੰ ਚਲੀ ਗਈ ਅਤੇ ਅਸੀਂ ਵੀ ਵੱਡੇ ਆਨੰਦ ਪੂਰਵਕ ਆਪਣੇ ਮਕਾਨ ਪਰ ਆਏ। ਇਸੇ ਵਰਤਾਂਤ ਨੂੰ ਕੁਝ ਬਦਲਵੇਂ ਢੰਗ ਨਾਲ ਸਵਾਮੀ ਜੀ ਦੇ ਜੀਵਨ ਲੇਖਕਾਂ ਵਿੱਚ ਜਿਸ ਤਰ੍ਹਾਂ ਦਿੱਤਾ ਹੈ, ਅਸੀਂ ਬੇਨਤੀ ਕਰਦੇ ਹਾਂ ਕਿ ਸ਼ੰਕਾਗ੍ਰਸਤ ਸੱਜਣ ਆਰਿਆ ਸਮਾਜ ਨਇਆ ਬਾਂਸ ਦਿੱਲੀ 6 ਦਾ ਛਪਿਆ ਹੋਇਆ ਗ੍ਰੰਥ ਮਹਾਰਿਸ਼ੀ ਸਵਾਮੀ ਦਇਆਨੰਦ ਸਰਸਵਤੀ ਕਾ ਜੀਵਨ ਚਰਿत्र ਪੰਡਿਤ ਲੇਖ ਰਾਮ ਦੁਆਰਾ ਹਿੰਦੀ ਲਿਖਤ ਅਨੁਵਾਦ ਦਾ ਸਫਾ 347 ਅਤੇ 48 ਪੜ੍ਹਨ ਦੀ ਕਿਰਪਾਲਤਾ ਕਰਨ, ਜਿਸ ਵਿੱਚ ਇਸ ਵਾਰਤਾਲਾਪ ਨੂੰ ਇਸ ਤਰ੍ਹਾਂ ਲਿਖ ਕੇ ਪ੍ਰਵਾਨ ਕੀਤਾ ਗਿਆ ਹੈ। एक दिन की बात है कि भाई दित सिंह स्वामी जी से वेदांत मत पर शास्त्रार्थ कर रहे थे और अग्निहोत्री जी भी उस समय वहां उपस्थित थे। शास्त्रार्थ के बीच में पंडित शिव नारायण जी बोल उठे कि स्वामी जी को उत्तर नहीं आया और वो हार गए हैं। इस पर स्वामी जी ने पंडित जी से पूछा कि भला
आप बताइए कि हमने क्या कहा। पंडित जी कुछ भी नहीं बता सके। तब स्वामी जी ने भाई दित सिंह जी से पूछा कि क्यों, क्या हमने यही कहा था? भाई दित सिंह ने कहा, नहीं, आपने यह नहीं कहा। पंडित जी ने कुछ नहीं सुना। फिर स्वामी जी ने पंडित जी से पूछा, भला बताइए तो सही कि भाई दित सिंह ने क्या कहा था। पंडित शिव नारायण ने कुछ बताया। भाई दित सिंह ने कहा कि ये मैंने नहीं कहा था। उस समय स्वामी जी ने पंडित शिव नारायण से कहा कि आप बिना सोचे समझे सम्मति दे देते हैं। इस पर पंडित जी क्रुद्ध हो गए। भाई दित सिंह जी ने भी इस वक्तव्य की पुष्टि की है। प्रमाण 347 सफा जीवन स्वामी दयानंद जी। स्पष्ट है कि ਇਹ ਸੰਵਾਦ ਇਤਿਹਾਸਕ ਸਚਾਈ ਹੈ ਅਤੇ ਨਾਲ ਹੀ ਛਿੱਥੇ ਪੈ ਕੇ ਹਾਰ ਜਾਣਾ ਵੀ। ਭਾਈ ਦਿੱਤ ਸਿੰਘ ਜੀ ਨੇ ਇਸ ਕਥਨ ਦੀ ਜਿਸ ਢੰਗ ਨਾਲ ਪੁਸ਼ਟੀ ਕੀਤੀ, ਉਪਰੋਕਤ ਲਿਖਤ ਵਿੱਚ ਉਹ ਆ ਚੁੱਕਿਆ ਹੈ ਕਿ ਭਾਈ ਸਾਹਿਬ ਜੀ ਸਵਾਮੀ ਜੀ ਨੂੰ ਅਗਨੀਹੋਤਰੀ ਜੀ ਨਾਲ ਉਲਝਣ ਤੋਂ ਬਚਾ ਕੇ ਆਪਣੇ ਨਾਲ ਵਿਚਾਰ ਚਰਚਾ ਵਿੱਚ ਲਾਈ ਰੱਖਣਾ ਚਾਹੁੰਦੇ ਸਨ, ਜਿਸ ਤੋਂ ਸਵਾਮੀ ਜੀ ਕੰਨੀ ਕਤਾਉਂਦੇ ਸਨ। ਭਾਵੇਂ ਸਵਾਮੀ ਜੀ ਦੇ ਜੀਵਨ ਲੇਖਕ ਨੇ ਸਪਸ਼ਟ ਤੌਰ ਤੇ ਨਹੀਂ ਮੰਨਿਆ, ਪਰ ਇਹ ਨੁਕਤਾ ਸਪਸ਼ਟ ਹੈ ਕਿ ਸਵਾਮੀ ਜੀ ਨਾਲ ਭਾਈ ਸਾਹਿਬ ਜੀ ਦੀ ਵਿਚਾਰ ਚਰਚਾ ਹੋਈ ਸੀ ਅਤੇ ਉਸ ਨੂੰ ਕੋਈ ਜਵਾਬ ਗਿਆਨੀ ਜੀ ਦੇ ਉੱਤਰ ਦਾ ਨਾ ਮਿਲਣ ਕਰਕੇ ਅਗਨੀਹੋਤਰੀ ਜੀ ਨੇ ਕਿਹਾ ਸੀ, ਸਵਾਮੀ ਜੀ ਆਪ ਹਾਰ ਗਏ ਹੋ। ਇਸੇ ਜਿੱਤ ਹਾਰ ਦਾ ਪ੍ਰਸੰਗ ਗਿਆਨੀ ਜੀ ਦਾ ਆਪਣਾ ਲਿਖਿਆ ਹੋਇਆ ਮੇਰਾ ਤੇ ਸਾਧੂ ਦਇਆਨੰਦ ਦਾ ਸੰਵਾਦ ਦੇ ਰੂਪ ਵਿੱਚ ਆਪ ਜੀ ਦੇ ਹੱਥਾਂ ਵਿੱਚ ਹੈ। ਇਸ ਆਰੀਆ ਸਮਾਜੀਆਂ ਦੇ ਲਿਖੇ ਗ੍ਰੰਥ ਵਿੱਚੋਂ ਸਬੂਤ ਦੇ ਹੁੰਦਿਆਂ ਕੋਈ ਇਹ ਨਹੀਂ ਆਖ ਸਕਦਾ ਕਿ ਭਾਈ ਸਾਹਿਬ ਜੀ ਅਤੇ ਸਵਾਮੀ ਜੀ ਵਿਚਕਾਰ ਬਹਿਸ ਨਹੀਂ ਹੋਈ ਸੀ। ਸੋ ਅੱਗੇ ਕਿਤਾਬ ਸ਼ੁਰੂ ਹੁੰਦੀ ਹੈ ਜੀ, ਪੰਡਿਤ ਦਇਆਨੰਦ ਨਾਲ ਮੇਰਾ ਸੰਵਾਦ। ਦੋਹਰਾ ਧਨੁਖ ਬਾਣ ਪੁਨਤਾਜ ਸਿਰ, ਜੇ ਕਰ ਸੁਕਲੋ ਬਾਜ, ਸੋ ਮੇਰੀ ਰਖਿਆ ਕਰੈ ਕਲਗੀਧਰ ਮਹਾਰਾਜ। ਸਤ ਕਹਾ ਮੁਖਤੇ ਸਭੀ, ਪੁੰਨ ਜੋ ਲਿਖਾਂ ਸੋ ਸਤ, ਪਾਖੰਡ ਜਾਲ ਖੰਡਨ ਵਿਖੇ ਸਬਲ ਹੋਏ ਮਮ ਮਤ। ਦਇਆਨੰਦ ਸਾਧੂ ਸਹਤ ਜੋ ਮੈਂ ਕੀਨੀ ਗਾਥ, ਸੋ ਸਭ ਪ੍ਰਗਟ ਕਰ ਕਹਾ ਮਨ ਆਨੰਦ ਕੇ ਸਾਥ। ਅੱਜ ਕੱਲ ਉਸ ਨੂੰ ਕਹਨ ਪੁਰਖ ਅਦੁੱਤੀ ਮਹਾਨ, ਮਹਾਰਿਖੀ ਵਿਦਿਆ ਧਨੀ ਕਰਕੇ ਲੋਗ ਬਖਾਨ। ਮਰੇ ਬਾਬੇ ਦੀ ਅੱਖੀਆਂ ਕਰਦੇ ਵੱਡੀਆਂ ਚਾਏ, ਆਖਣ ਉਸ ਸਮ ਦੂਸਰਾ ਕੋਏ ਨਾ ਨਜ਼ਰੀ ਆਏ। ਦਵਈਆ ਚੇਲੇ ਅਤੇ ਮੁਰੀਦਾਂ ਉਸਦਿਆਂ ਚਾਹ ਸਮਾਨ ਚੜਾਇਆ, ਕੱਚ ਚਮਕਦੇ ਨੂੰ ਕਰ ਲੈ ਕਰ ਹੀਰਾ ਚੁੱਕ ਬਣਾਇਆ। ਆਖਣ ਉਸਦੇ ਜੇਡਾ ਨਾ ਸੀ ਜਗ ਵਿੱਚ ਪੰਡਿਤ ਕੋਈ, ਭਾਰਤ ਭੂਮੀ ਦੀ ਗਤ ਮੁੜ ਕੇ ਉਸੇ ਕੋਲੋਂ ਹੋਈ। ਨਹੀਂ ਅਸੀਂ ਸਾਂ ਕਿੱਥੇ ਰਹਿਣਾ, ਤੁਰਤ ਈਸਾਈ ਹੁੰਦੇ, ਈਸਾ ਮਤ ਦੇ ਜੋ ਦਰਵਾਜੇ ਸੋ ਸਭ ਸੁਆਮੀ ਮੁੰਦੇ। ਸਾਡੇ ਖਾਤਰ ਪਰਮੇਸ਼ਰ ਨੇ ਸੀ ਉਸਦੇ ਤਾਈਂ ਘੱਲਿਆ, ਉਹ ਵੈਦਿਕ ਧਰਮ ਹੈ ਜਿਸ ਨੇ ਜਾਂਦਾ ਮੁੜ ਕੇ ਠੱਲਿਆ। ਇਹੋ ਜਿਹੇ ਮਾਰਗ ਪੌੜੇ ਲੋਕਾਂ ਨੂੰ ਭਰਮਾਇਆ, ਦੇਖੋ ਦੇਖੀ ਫਸ ਗਏ ਕਿਤਨੇ ਭੇਡ ਚਾਲ ਦਾ ਸਾਇਆ। ਇਸ ਦੇਸ਼ ਦੀ ਮਿੱਟੀ ਵਿੱਚ ਕੁਛ ਹੈ ਇਹ ਮੂਰਖਤਾਈ, ਜਣੇ ਖਣੇ ਨੂੰ ਰੱਬ ਬਣਾਉਣ ਪੂਜਣ ਹੋਏ ਸ਼ਦਾਈ। ਪਰ ਇਹ ਉਸ ਨੂੰ ਰੱਬ ਨਾ ਆਖਣ ਨਾ ਅਵਤਾਰ ਬਣਾਉਣ, ਭੇਜਿਆ ਰੱਬ ਅਸਾਡੇ ਕਾਰਨ ਇਤਨੀ ਗੱਲ ਸੁਣਾਉਣ। ਕੋਈ ਉਸ ਨੂੰ ਗੁਰੂ ਬਣਾਵੇ, ਕੋਈ ਆਖੇ ਭਾਈ, ਅਜੇ ਤੀਕ ਉਸ ਤਾਈਂ ਪਦਵੀ ਹੱਥ ਨਾ ਇਨਕੇ ਆਈ। ਕੋਈ ਆਖੇ ਉਸ ਦਾ ਲਿਖਿਆ ਪੱਥਰ ਲੀਖ ਉਚਾਰੋ, ਦੂਜਾ ਕਹੇ ਨਹੀਂ ਜੋ ਮਿਥਿਆ ਸੋ ਸਭ ਤਿਆਗ ਵਿਚਾਰੋ। ਇਸੇ ਤਰ੍ਹਾਂ ਦਾ ਵਿੱਚ ਇਹਨਾਂ ਦੇ ਹਇਆ ਝੰਬੇਲਾ ਭਾਰਾ, ਅਜੇ ਤੀਕ ਇਸ ਘੁੰਮਣ ਘੇਰੋਂ ਪੀਤਾ ਨਹੀਂ ਕਿਨਾਰਾ। ਅੱਜ ਕੱਲ ਜੋ ਉਸ ਸਾਧੂ ਨੂੰ ਮੰਨਣ ਸਾਡੇ ਪਿਆਰੇ, ਅਰਜੋ ਲੇਖ ਉਸ ਦੇ ਮਗਰੋਂ ਪੰਚਮ ਵੇਦ ਉਚਾਰੇ। ਸੋ ਸਾਰਾ ਮੈਂ ਅੱਖੀਂ ਦੇਖਿਆ ਅਰ ਬੀਤਿਆ ਬਤਲਾਊਂ, ਇਸ ਵਹਿਮ ਦੇ ਖਾਤੇ ਗਿਰਦਿਆਂ ਭੋਲੇ ਜਨਾ ਬਚਾਊਂ। ਦੋਹਰਾ
ਨਾਲ ਮੁਝ ਦੇ ਉਸ ਦਾ ਜੋ ਕੁਝ ਭਇਆ ਬਲਾਸ, ਸੋ ਸਾਰਾ ਮੈਂ ਦੱਸ ਸਾਂ ਧਰ ਮਨ ਅਬਕ ਹੁਲਾਸ। ਭਾਵ, ਪਿਆਰੇ ਦੇਸ਼ ਵਾਸੀ ਸੱਜਣੋ, ਮੈਂ ਇਸ ਪੁਸਤਕ ਦੇ ਕਥਨ ਵਿੱਚ ਕਦੇ ਵੀ ਪ੍ਰਵਿਰਤ ਨਾ ਹੁੰਦਾ ਜੇ ਮੈਂ ਜਾਣਦਾ ਕਿ ਇਸ ਦੇਸ਼ ਦੇ ਲੋਕ ਜੈਸੀ ਵਸਤੂ ਨੂੰ ਉਸੀ ਕਹਿਣ ਦਾ ਮਾਧਾ ਰੱਖਦੇ ਹਨ। ਪਰੰਤੂ ਜਦ ਮੈਂ ਦੇਖਿਆ ਕਿ ਇਹਨਾਂ ਹਿੰਦੂ ਲੋਕਾਂ ਵਿੱਚ ਇਹ ਅਗਿਆਨ ਦੀ ਅੰਧੇਰੀ ਨਸਲ ਦਰ ਨਸਲ ਚਲੀ ਆਉਂਦੀ ਹੈ, ਜੋ ਕਾਉ ਅਤੇ ਸੱਪ ਨੂੰ ਵੀ ਪਿਤਰ ਅਰ ਦੇਵਤੇ ਜਾਣਨ ਵਾਲੀ ਹੈ। ਇਸੀ ਤੇ ਸੁਆਮੀ ਦਇਆਨੰਦ ਜੈਸੇ ਪੁਰਖ ਨੂੰ ਵੀ ਇਹਨਾਂ ਦੇ ਨੇ ਹੁਣ ਮਨੂ, ਵਸਿਸ਼ਟ, ਵਿਆਸ ਅਤੇ ਸ਼ੰਕਰ ਵਧ ਕੇ ਤੋਂ ਆਪਣਾ ਮਹਾਰਿਸ਼ੀ ਮੰਨਣਾ ਧਰਮ ਜਾਣ ਲੀਤਾ ਹੈ। ਇਸੀ ਤਰ੍ਹਾਂ ਉਸੇ ਦੇ ਲਿਖਣੇ ਅਨੁਸਾਰ ਗੁਰੂਆਂ ਨੂੰ ਵੀ ਦੰਭੀ ਜਾਣ ਕੇ ਉਸ ਨੂੰ ਉਪਕਾਰੀ ਧਰਮ ਪ੍ਰਚਾਰੀ ਆਖਣ ਲੱਗ ਗਏ ਹਨ। ਤਦ ਮੇਰੇ ਦਿਲ ਨੇ ਧੀਰਜ ਨਾ ਕੀਤੀ ਅਰ ਚਾਹਿਆ ਕਿ ਉਸ ਦਾ ਉਹ ਹਾਲ ਜੋ ਮੇਰੇ ਨਾਲ ਸ਼ਾਸਤਰਰਥ ਕਰਦੇ ਹੋਇਆ ਸਾ ਪ੍ਰਗਟ ਕਰ ਦਿਆਂ। ਇਹ ਬਾਤ ਹੋਰ ਹੈ ਕਿ ਉਸ ਦੇ ਭਗਤ ਲੋਕ ਜੋ ਪੱਕੇ ਹਠੀ ਹਨ, ਜਾਂ ਉਹ ਨੌਜਵਾਨ ਲੜਕੇ ਜੋ ਉਸ ਵੇਲੇ ਜੰਮੇ ਹੀ ਨਹੀਂ ਸਨ, ਜਾਂ ਅਲਫ ਬੇ ਅਤੇ ABC ਪੜ੍ਹਦੇ ਸਨ, ਮੇਰੀ ਸੱਚੀ ਬਾਤ ਨੂੰ ਨਾ ਮੰਨਣ। ਪਰੰਤੂ ਅਜੇ ਤੱਕ ਉਹ ਲੋਕ ਜਿੰਦਾ ਹਨ ਜਿਨ੍ਹਾਂ ਨੇ ਮੇਰਾ ਅਤੇ ਉਹਨਾਂ ਦਾ ਉੱਤਰ ਪ੍ਰਸ਼ਨ ਸੁਣਿਆ ਸਾ, ਜਿਸ ਤੇ ਆਸ਼ਾ ਹੈ ਕਿ ਉਹ ਜ਼ਰੂਰ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਸਮੇਂ ਦੀ ਬਾਤ ਨੂੰ ਸੱਚੀ ਕਰਨਗੇ। ਮੇਰਾ ਉੱਤਰ ਪ੍ਰਸ਼ਨ ਉਹਨਾਂ ਨਾਲ 3 ਵੇਰ ਲਾਹੌਰ ਵਿੱਚ ਹੋਇਆ ਹੈ, ਜਿਸ ਦਾ ਹਾਲ ਮੈਂ ਜੋ ਉਸ ਵੇਲੇ ਲਿਖ ਲੀਤਾ ਸਾ ਜਾਂ ਯਾਦ ਰੱਖਿਆ ਸਾ, ਲਿਖ ਕੇ ਦੱਸਦਾ ਹਾਂ। ਦੋਹਰਾ, ਇਸ ਤੇ ਪਹਿਲੇ ਹਾਲ ਮੈਂ ਦੱਸਾਂ ਕੁਝ, ਇਸ ਤੇ ਪਹਿਲੇ ਹਾਲ ਮੈਂ ਆਪਣਾ ਦੱਸਾਂ ਕੁਝ, ਜਿਸ ਤੇ ਸੁਣਦੇ ਸਾਰ ਹੀ ਸੰਸਾ ਜਾਊ ਬੁੱਝ। ਜਨਮ ਲਿਆ ਮੈਂ ਸੰਤ ਘਰ, ਜੋ ਕਰਦੇ ਉਪਦੇਸ਼, ਜਿਸ ਤੇ ਬਾਲਕ ਉਮਰ ਮੈਂ ਵੀ ਹਰੇ ਕਲੇਸ਼। ਭਾਵ, ਇਸ ਬਾਤ ਨੂੰ ਹਰ ਇੱਕ ਪੁਰਖ ਜਾਣਦਾ ਹੈ ਕਿ ਮੇਰਾ ਜਨਮ ਸੰਤਾਂ ਦੇ ਘਰ ਵਿੱਚ ਹੋਇਆ ਸੀ, ਔਰ ਮੇਰੇ ਪਿਤਾ ਜੀ ਲੋਕਾਂ ਨੂੰ ਇਹੋ ਉਪਦੇਸ਼ ਕਰਦੇ ਸਨ ਜੋ ਅੱਜ ਕੱਲ੍ਹ ਮੈਂ ਕਰ ਰਿਹਾ ਸਾਂ, ਜਿਸ ਦੇ ਪ੍ਰਤਾਪ ਕਰਕੇ ਮੈਣ ਦੁਆਬ ਦੇ ਨਗਰਾਂ ਦੇ ਨਗਰ ਬੰਧਨਾਂ ਤੇ ਛੁੱਟ ਗਏ ਅਤੇ ਅੱਜ ਤੱਕ ਉਹ ਲੋਕ ਉਸੇ ਤਰ੍ਹਾਂ ਨਿਰਬੰਧ ਹਨ। ਪਰੰਤੂ ਇਹ ਸਾਰਾ ਹਾਲ ਕਦੇ ਆਪਣੇ ਜੀਵਨ ਬਿਰਤਾਂਤ ਵਿੱਚ ਲਿਖਾਂਗਾ। ਮੈਂ 8-9 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਜੀ ਦੇ ਪਾਸੋਂ ਜੁਦਾ ਹੋ ਕੇ ਉਪਦੇਸ਼ ਕਰਨ ਲੱਗਾ, ਔਰ ਜਿਸ ਨਗਰ ਜਾਂਦਾ ਉੱਥੇ ਹੀ ਮੜੀ, ਮਸਾਣੀ, ਭੈਰੋਂ, ਦੇਵੀ ਦੇਵਤੇ ਪੂਜਣੋਂ ਲੋਕਾਂ ਨੂੰ ਹਟਾ ਕੇ ਵੇਦਾਂਤ ਦਾ ਉਪਦੇਸ਼ ਕਰਦਾ ਹੁੰਦਾ ਸੀ। ਇਸ ਦੇ ਨਾਲ ਹੀ ਜਿੱਥੇ ਕੋਈ ਗੁਣੀ ਪੰਡਿਤ ਜਾਂ ਸਾਧੂ ਦੇਖਦਾ, ਉਸ ਦੇ ਪਾਸ ਕੁਝ ਮਹੀਨੇ ਰਹਿ ਕੇ ਵਿਦਿਆ ਪੜ੍ਹਦਾ, ਜਿਸ ਪਰ ਸ਼ਾਸਤਰਰਥ ਕਰਨ ਦਾ ਮੈਨੂੰ ਅੱਛਾ ਢੰਗ ਆ ਗਿਆ ਸਾ ਅਤੇ ਵੱਡੇ ਵੱਡੇ ਪ੍ਰਸਿੱਧ ਪੰਡਤਾਂ ਅਤੇ ਸਾਧੂਆਂ ਨਾਲ ਕਈ ਦਿਨ ਧਰਮ ਦੇ ਵਿਸ਼ੇ ਪਰ ਵਿਚਾਰ ਕਰਦਾ ਰਹਿੰਦਾ ਸਾਂ। ਇਸ ਵਾਸਤੇ ਉਸ ਦੇਸ਼ ਵਿੱਚ ਮੈਂ ਲੋਕਾਂ ਵਿਖੇ ਗਿਆਨੀ ਪ੍ਰਸਿੱਧ ਹੋ ਗਿਆ ਸਾਂ ਅਤੇ ਬਹੁਤ ਲੋਕ ਮੈਨੂੰ ਆਪਣੇ ਮਨੋਂ ਪ੍ਰਤਿਸ਼ਠਿਤ ਸਮਝਦੇ ਸਨ। ਉਸ ਸਮੇਂ ਦਾ ਥੋੜਾ ਜਿਹਾ ਹਾਲ ਮੇਰੇ ਉਸ ਨਿੰਦਿਆ ਪੱਤਰ ਵਿੱਚ, ਜੋ ਮੋਨਾ ਸ਼ੁੱਧੀ ਦੇ ਪ੍ਰਚਾਰ ਹਟਾਉਣ ਵੇਲੇ ਮੇਰੇ ਪਰ ਤੰਗ ਆ ਕੇ ਅਨਮਤੀ ਮੇਰੇ ਹੀ ਭਾਈਆਂ ਨੇ ਛਪਵਾ ਕੇ ਧਰਮ ਚਿਹਰੇ ਨਾਮ ਰੱਖ ਕੇ ਵੰਡੇ ਸਨ, ਪਾਇਆ ਜਾਂਦਾ ਹੈ। ਇੱਥੇ ਇਤਨਾ ਆਖਣਾ ਵੀ ਕੋਈ ਬੁਰਾ ਨਹੀਂ ਹੈ ਕਿ ਆਰੀਆ ਸਮਾਜੀ ਸੱਜਣਾ ਦਾ ਇਹ ਪ੍ਰਕਿਰਤ ਸੁਭਾਵ ਹੈ ਕਿ ਜਦ ਕਿਸੇ ਨਾਲ ਸ਼ਾਸਤਰਰਥ ਅਤੇ ਉਕਤੀ ਜੁਗਤੀ ਨਾਲ ਪੂਰੇ ਨਹੀਂ ਉਤਰਦੇ, ਤਦ ਉਸ ਨਾਲ ਨਿੰਦਿਆ ਤੇ ਬੁਰਾ ਭਲਾ ਆਖਣ ਦਾ ਕੰਮ ਕਰਨ ਲੱਗ ਜਾਂਦੇ ਹਨ, ਜਿਸ ਤੇ ਇਹ ਖਿਆਲ ਕਰਦੇ ਹਨ ਕਿ ਲੋਕ ਉਸ ਨੂੰ ਬੁਰਾ ਜਾਣ ਕੇ ਨਫ਼ਰਤ ਕਰਨਗੇ। ਇਸੇ ਵਾਸਤੇ ਮੇਰੇ ਨਾਲ ਵੀ ਇਹੋ ਵਰਤਾਓ ਹੋਇਆ ਅਤੇ ਜਿਸ ਪ੍ਰਕਾਰ ਮੁਰਗਬਾਜ਼ 2 ਭਾਈ ਮੁਰਗਿਆਂ ਨੂੰ ਜਦ ਲੜਾਉਣਾ ਚਾਹੁੰਦੇ ਹਨ, ਤਦ ਇਹ ਸਮਝ ਕੇ
ਇਹ ਭਾਈ ਹੋਣ ਦੇ ਕਾਰਨ ਨਹੀਂ ਲੜਨਗੇ, ਉਹਨਾਂ ਵਿੱਚੋਂ ਇੱਕ ਦੇ ਮੱਥੇ ਨੂੰ ਸਿਆਹੀ ਲਾ ਦਿੰਦੇ ਹਨ, ਜਿਸ ਪਰ ਉਹ ਇੱਕ ਦੂਜੇ ਨੂੰ ਓਪਰਾ ਜਾਣ ਕੇ ਲੜਨ ਲੱਗ ਜਾਂਦੇ ਹਨ ਅਤੇ ਮੁਰਗਾਬਾਜ਼ ਤਮਾਸ਼ਾ ਦੇਖਦੇ ਹਨ। ਇਸੇ ਤਰ੍ਹਾਂ ਇਹਨਾਂ ਨੇ ਸਾਡੇ ਭਾਈਆਂ ਨੂੰ ਵੀ ਤਾਰੀਫ ਅਤੇ ਲਾਲਚ ਦੀ ਰੰਗਤ ਨਾਲ ਰੰਗ ਕੇ ਮੋਨਾ ਸ਼ੁੱਧੀ ਪ੍ਰਚਾਰ ਕਰਨਾ ਚਾਹਿਆ ਸਾ, ਜਿਸ ਨੂੰ ਦੇਖ ਕੇ ਅਸੀਂ ਰੋਕਣ ਲੱਗੇ ਅਤੇ ਦੋਨਾਂ ਭਾਈਆਂ ਖੂਬ ਲੜਾਈ ਹੋਈ ਅਤੇ ਇੱਕ ਦੂਜੇ ਦੇ ਐਬ ਆਪਣੇ ਦੁਰਬਚਨਾਂ ਦੀ ਖਾਰਾਂ ਮਾਰ ਕੇ ਘਾਵਾਂ ਦੀ ਨਿਆਈ ਪ੍ਰਗਟ ਕੀਤੀ, ਜਿਸ ਤੇ ਉਹ ਘਾਉ ਮੇਰੇ ਇਸ ਵੇਲੇ ਗਵਾਹ ਹੋ ਗਏ ਹਨ, ਜੋ ਦੱਸਦੇ ਹਨ ਕਿ ਮੈਂ ਬਚਪਨ ਵਿੱਚ ਕਿਆ ਕੰਮ ਕਰਦਾ ਹੁੰਦਾ ਸਾਂ ਅਤੇ ਲੋਕਾਂ ਦੀ ਮੇਰੇ ਨਾਲ ਕੈਸੀ ਪ੍ਰੀਤੀ ਸੀ। ਯਥਾ ਸੁਣਿਆ ਜਾਂਦਾ ਹੈ ਕਿ ਭਾਈ ਦਿੱਤ ਸਿੰਘ ਜੀ ਗੁਲਾਬਦਾਸੀ ਮੱਤ ਦੀ ਫਕੀਰੀ ਹਾਲਤ ਵਿੱਚ ਚਿਰਕਾਲ ਤੱਕ ਆਪਣੇ ਪੁਰ ਤਹਿਸੀਲ ਖਰੜ ਜ਼ਿਲ੍ਹਾ ਅੰਬਾਲਾ ਵਿੱਚ ਕੁਟੀਆ ਅਤੇ ਛੋਟਾ ਜਿਹਾ ਬਗੀਚਾ ਬਣਾ ਰਹੇ ਹਨ ਅਤੇ ਲਾਂਬੇ ਦੇ ਪਿੰਡਾਂ ਵਿੱਚ ਗੁਰੂ ਬਣ ਕਰ ਆਪਣੇ ਆਪ ਨੂੰ ਪੁਜਾਂਦੇ ਰਹੇ ਹਨ। ਉਹ ਲੋਕ ਹੁਣ ਤੱਕ ਇਹਨਾਂ ਨੂੰ ਗੁਰੂ ਮੰਨਦੇ ਅਤੇ ਭੇਟਾ ਪੂਜਾ ਦਿੰਦੇ ਹਨ। ਪ੍ਰਮਾਣ ਜ਼ਮੀਨਾਂ ਸ਼ੁੱਧੀ ਪੱਤਰ ਦੇ ਚਿਹਰਿਆਂ ਪਰ ਵਿਚਾਰ ਸਫਾ 16। ਇਹ ਲੇਖ ਜੋ ਮੇਰੀ ਨਿੰਦਿਆ ਪਰ ਮੇਰੇ ਭਾਈਆਂ ਨੇ ਲਿਖਿਆ ਸਾ, ਇਤਨੀ ਬਾਤ ਜ਼ਰੂਰ ਦੱਸਦਾ ਹੈ ਕਿ ਮੈਂ ਬਾਲਕ ਪੁਣੇ ਵਿੱਚ ਹੀ ਲੋਕਾਂ ਨੂੰ ਐਸੇ ਉਪਦੇਸ਼ ਕਰਦਾ ਸਾਂ ਜੋ ਨਗਰਾਂ ਦੇ ਨਗਰ ਮੈਨੂੰ ਪ੍ਰਤਿਸ਼ਠਿਤ ਜਾਣ ਕੇ ਇੱਜ਼ਤ ਕਰਦੇ ਸਨ ਅਤੇ ਅੱਜ ਤੱਕ ਉਹਨਾਂ ਨਗਰਾਂ ਦੇ ਲੋਕ ਉਹਨਾਂ ਉਪਦੇਸ਼ਾਂ ਨੂੰ ਭੁੱਲ ਨਹੀਂ ਗਏ, ਕਿੰਤੂ ਵੈਸੀ ਹੀ ਪ੍ਰੀਤੀ ਇਸ ਵੇਲੇ ਤਾਈਂ ਰੱਖਦੇ ਹਨ। ਸਾਡੇ ਭਾਈਆਂ ਦੇ ਇਸ ਕਥਨ ਤੇ ਰਜਬ ਜੀ ਦੇ ਇਸ ਬਚਨਾਂ ਅਨੁਸਾਰ ਯਥਾ ਸਾਧ ਸਰਾਹੇ ਸੋ ਸਤੀ ਜਤੀ ਜੋਖਤਾ ਜਾਨ, ਰਜਬ ਸਾਚੇ ਸੂਰ ਕਾ ਵੈਰੀ ਕਰੇ ਬਖਾਨ। ਅਰਥਾਤ ਸੱਤ ਵਾਲਾ ਉਹ ਪੁਰਖ ਹੈ ਜਿਸ ਦੀ ਸਾਖੀ ਮਹਾਤਮਾ ਦੇਣ, ਅਰ ਜਤੀ ਉਹ ਹੈ ਜਿਸ ਦੀ ਪ੍ਰਸ਼ੰਸਾ ਇਸਤਰੀਆਂ ਕਰਨ, ਅਤੇ ਬਹਾਦਰ ਉਹ ਹੈ ਜਿਸ ਦੀ ਸਮਰੱਥਾ ਦੀ ਗਵਾਹੀ ਉਸ ਦੇ ਮੁਖਾਲਫ ਦੇਣ। ਇਸੇ ਵਾਸਤੇ ਭਾਈਆਂ ਦੀ ਇਹ ਗਵਾਹੀ ਨੇ ਦੱਸਿਆ ਹੈ ਕਿ ਬਾਲਕਪਣੇ ਵਿੱਚ ਦਇਆਨੰਦ ਜੀ ਵਿਦਿਆਰਥੀ ਹੋ ਕੇ ਕਿਤੇ ਅਸ਼ਟਾਧਿਆਈ ਪੜ੍ਹਦੇ ਹੋਣਗੇ, ਤਦ ਮੈਂ ਸੰਤ ਹੋ ਕੇ ਉਪਦੇਸ਼ ਕਰਦਾ ਹੁੰਦਾ ਸੀ। ਉਸ ਦੇ ਅੱਗੇ ਜਦ ਮੈਂ ਉਸ ਜਗ੍ਹਾ ਉਪਦੇਸ਼ ਕਰਦਾ ਅਤੇ ਲੋਕਾਂ ਦੇ ਬੰਧਨ ਤੋੜਦਾ ਹੋਇਆ ਚੱਠਿਆਂ ਵਾਲੇ ਡੇਰੇ ਜ਼ਿਲ੍ਹਾ ਲਾਹੌਰ ਵਿੱਚ ਆਇਆ, ਤਦ ਮੈਂ ਸੰਤ ਦੇਸਾ ਜੀ ਪਾਸੋਂ, ਜੋ ਵੱਡੇ ਵਿਦਿਆਵਾਨ ਅਰ ਸ਼ੁਭ ਗੁਣਾ ਸੰਪੰਨ ਹਨ, ਕਈ ਪੁਸਤਕ ਪੜ੍ਹੇ, ਅਰ ਉਹ ਸੰਤ ਰਾਏ ਬਹਾਦਰ ਰਾਏ ਹੇਤੂ ਰਾਮ ਸਾਹਿਬ CIE ਸਾਬਕ ਅਸਿਸਟੈਂਟ ਪੋਲੀਟੀਕਲ ਏਜੰਟ ਬਲੋਚਿਸਤਾਨ ਦੇ ਉਤਦੇਸ਼ਟਾ ਹਨ ਅਤੇ ਇਸੇ ਕਾਰਨ ਤੇ ਸ੍ਰੀ ਯੁੱਤ ਰਾਏ ਸਾਹਿਬ ਦਾ ਮੇਰੇ ਨਾਲ ਬਚਪਨ ਤੇ ਹੀ ਵੱਡਾ ਪ੍ਰੇਮ ਹੈ। ਉਸ ਵੇਲੇ ਵੀ ਮੈਂ ਚੁੱਪ ਨਹੀਂ ਕੀਤਾ ਸਾਂ, ਕਿੰਤੂ ਮਾਝੇ ਦੇ ਵਿੱਚ ਜੋ ਕਿ ਇੱਕ ਸ਼ੂਰਬੀਰ ਅਤੇ ਬਹਾਦਰ ਦੇਸ਼ ਹੈ, ਉਪਦੇਸ਼ ਕਰਨੇ ਲੱਗਿਆ, ਜਿਸ ਤੇ ਨਗਰਾਂ ਦੇ ਨਗਰ ਭਰਮ ਵਿੱਚੋਂ ਨਿਕਲ ਗਏ। ਔਰ ਅੱਜ ਤੱਕ ਮਾਝੇ ਵਿੱਚ ਸਹੀ ਸਰਵਰ ਜਾਂ ਕੋਈ ਦੇਵੀ ਦੇਵਤਾ ਜ਼ੋਰ ਨਹੀਂ ਪਾ ਸਕਦਾ, ਕਿਉਂਕਿ ਜਿਸ ਤਰ੍ਹਾਂ ਤੇਲ ਨਾਲ ਭਿੱਗੇ ਹੋਏ ਕਾਗਜ਼ ਨੂੰ ਪਾਣੀ ਨਹੀਂ ਪਹੁੰਚਦਾ, ਇਸੀ ਤਰ੍ਹਾਂ ਨਿਸਭਰਮ ਹੋਏ ਪੁਰਖਾਂ ਨੂੰ ਅਗਿਆਨ ਦੇ ਬੰਧਨ ਨਹੀਂ ਪਹੁੰਚਦੇ। ਔਰ ਮੈਂ ਉਹਨਾਂ ਦਿਨਾਂ ਵਿੱਚ ਸ਼ਰਾਧ ਅਤੇ ਮੜੀ ਮਸਾਣੀ ਆਦਿਕ ਦਾ ਬੂਟਾ ਪੁੱਟਦਾ ਹੁੰਦਾ ਸਾਂ, ਜਿਸ ਤੇ ਨਗਰਾਂ ਦੇ ਨਗਰ ਮੈਨੂੰ ਪ੍ਰੇਮ ਕਰਦੇ ਸਨ। ਹੁਣ ਵਿਚਾਰਯੋਗ ਇਹ ਬਾਤ ਹੈ ਕਿ ਜਦ ਮੈਂ ਬਾਲ ਅਵਸਥਾ ਤੋਂ ਹੀ ਉਪਦੇਸ਼ ਕਰਦਾ ਸਾਂ ਔਰ ਉਸ ਸਮੇਂ ਵਿੱਚ ਦਇਆਨੰਦ ਜੀ ਦਾ ਕੋਈ ਨਾਮ ਨਿਸ਼ਾਨ ਵੀ ਨਹੀਂ ਜਾਣਦਾ ਸੀ, ਜਿਸ ਤੇ ਖਿਆਲ ਆਉਂਦਾ ਹੈ ਕਿ ਸ਼ਾਇਦ ਸਵਾਮੀ ਜੀ ਉਸ ਵੇਲੇ ਚਾਕੂ ਨਾਲ ਗੰਗਾ ਦੇ ਕਿਨਾਰੇ
ਸੁਆਮੀ ਜੀ ਉਸ ਵੇਲੇ ਚਾਕੂ ਨਾਲ ਗੰਗਾ ਦੇ ਕਿਨਾਰੇ ਮੁਰਦੇ ਪਾੜ ਕੇ ਡਾਕਟਰੀ ਨੂੰ ਝੂਠੀ ਕਰਦੇ ਹੋਣਗੇ, ਜੈਸਾ ਕਿ ਉਹ ਆਪਣੇ ਜੀਵਨ ਵਿੱਚ ਲਿਖਦੇ ਹਨ। ਉਹਨਾਂ ਨਾਲ ਮੇਰਾ ਸੰਵਾਦ ਕੋਈ ਗੱਪ ਨਹੀਂ ਸੀ। ਸੋ ਜਿਸ ਦੇ ਖਿਆਲ ਆਉਂਦਾ ਹੈ ਕਿ ਸ਼ਾਇਦ ਸੁਆਮੀ ਜੀ ਉਸ ਵੇਲੇ ਚਾਕੂ ਨਾਲ ਗੰਗਾ ਦੇ ਕਿਨਾਰੇ ਮੁਰਦੇ ਫਾੜ ਕੇ ਡਾਕਟਰੀ ਨੂੰ ਝੂਠੀ ਕਰਦੇ ਹੋਣਗੇ, ਜੈਸਾ ਕਿ ਉਹ ਆਪਣੇ ਜੀਵਨ ਵਿੱਚ ਲਿਖਦੇ ਹਨ, ਉਹਨਾਂ ਨਾਲ ਮੇਰਾ ਸੰਵਾਦ ਕੋਈ ਗੱਪ ਨਹੀਂ ਸੀ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।